ਨਾਵਲ ਇੱਕ ਮਿਆਨ ਦੋ ਤਲਵਾਰਾਂ, ਨਾਵਲਕਾਰ ਨਾਨਕ ਸਿੰਘ, ਭਾਗ ਪਹਿਲਾ, ਕਾਂਡ ਤੀਜਾ। ਸਿੱਖ ਗੁਰੂ ਸਾਹਿਬਾਨ ਨੇ ਜਿਵੇਂ ਦੇਸ਼ ਦੇ ਕੋਨੇ-ਕੋਨੇ ਵਿੱਚ ਪਰਮਾਰਥ ਦਾ ਮਾਰਗ ਪ੍ਰਦਰਸ਼ਨ ਕੀਤਾ, ਜਿਵੇਂ ਉਹਨਾਂ ਨੇ ਲੋਕਾਈ ਨੂੰ ਜਹਾਲਤ ਦੀ ਦਲਦਲ ਵਿੱਚੋਂ ਕੱਢ ਕੇ ਸੱਤ ਮਾਰਗ ਤੇ ਪਾਉਣ ਦੇ ਸਫਲ ਯਤਨ ਕੀਤੇ, ਉਹਨਾਂ ਦੇ ਇਹ ਕਾਰਨਾਮੇ ਕਿਸੇ ਤੋਂ ਗੁੱਝੇ ਨਹੀਂ, ਪਰ ਪਰੰਪਰਾ ਤੋਂ ਹੀ ਗੁਲਾਬ ਦੇ ਨਾਲ ਕੰਡੇ ਤੇ ਗਊ ਦੇ ਥਣਾ ਨਾਲ ਚਿੱਚੜ ਹੁੰਦੇ ਆਏ ਨੇ। ਸਮਾਂ ਪਾ ਕੇ ਗੁਰੂ ਘਰਾਣਿਆਂ ਵਿੱਚ ਵੀ ਚੋਖੀ ਗਿਣਤੀ ਵਿੱਚ ਐਸੇ ਲੋਕ ਪੈਦਾ ਹੋ ਗਏ ਜਿਨ੍ਹਾਂ ਦੀ ਨਜ਼ਰ ਕਦੀ ਵੀ ਸਵਾਰਥ, ਈਰਖਾ ਜਾਂ ਲੋਭ ਤੋਂ ਉੱਚੀ ਨਾ ਉੱਠ ਸਕੀ, ਜਿਨ੍ਹਾਂ ਨੇ ਕਦੇ ਵੀ ਦੋਖੀ ਸੁਭਾਅ ਨੂੰ ਨਾ ਤਿਆਗਿਆ, ਨਾ ਹੀ ਕਦੀ ਜਿਨ੍ਹਾਂ ਨੇ ਆਪਣੇ ਮਹਾਪੁਰਸ਼ਾਂ ਦੀਆਂ ਪੈੜਾਂ ਤੇ ਤੁਰਨ ਦਾ ਯਤਨ ਕੀਤਾ। ਸਿੱਖ ਇਤਿਹਾਸ ਇਹੋ ਜਿਹੇ ਲੋਕਾਂ ਦੇ ਬਿਰਤਾਂਤ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚ ਵੀ ਤੇ ਉਸ ਤੋਂ ਮਗਰੋਂ ਵੀ ਪਿਦਰਮ ਸੁਲਤਾਨ ਬੂਦ ਕਹਾਵਤ ਅਨੁਸਾਰ ਵੱਡ ਵਡੇਰਿਆਂ ਦੀ ਮਹਾਨਤਾ ਤੋਂ ਅਯੋਗ ਲਾਭ ਉਠਾਉਣ ਦੇ ਯਤਨ ਜਾਰੀ ਰੱਖੇ। ਮੋਰੀ ਮੋਹਨ ਭਰਾਵਾਂ ਤੋਂ ਲੈ ਕੇ ਬਾਬਾ ਧੀਰਮਲ ਤੇ ਰਾਮ ਰਾਏ ਤੱਕ ਅਨੇਕਾਂ ਵਿਅਕਤੀਆਂ ਨੇ ਅਜਿਹੇ ਆਚਰਣ ਦਾ ਸਬੂਤ ਦਿੱਤਾ। ਵਿਸ਼ੇਸ਼ ਕਰਕੇ ਬਾਬੇ ਬਕਾਲੇ ਵਾਲੀ ਸਾਖੀ ਤਾਂ ਇਸ ਆਚਰਣ ਦਾ ਇੱਕ ਨੰਗਾ ਚਿੱਤਰ ਪੇਸ਼ ਕਰਦੀ ਹੈ। ਜਦੋਂ ਚਾਰ ਨਹੀਂ ਬਲਕਿ 2 ਦਰਜਨ ਦੇ ਲਗਭਗ ਐਸੇ ਵਿਅਕਤੀ ਜਨਤਕ ਅੱਖਾਂ ਸਾਹਮਣੇ ਆ ਗਏ, ਜਿਨ੍ਹਾਂ ਨੇ ਆਪਣੇ ਆਪ ਨੂੰ ਨੌਵਾਂ ਗੁਰੂ ਪ੍ਰਗਟ ਕਰਕੇ ਆਪੋ ਆਪਣੀਆਂ ਗੱਦੀਆਂ ਰਚ ਧਰੀਆਂ। ਗੁਰੂ ਸਾਹਿਬਾਂ ਦੇ ਸਮੇਂ ਵਿੱਚ ਤਾਂ ਗੁਰੂ ਡੰਮ ਦੀ ਪ੍ਰਥਾ ਸੀਮਿਤ ਹੀ ਸੀ, ਪਰ ਉਹਨਾਂ ਦੇ ਜੀਵਨ ਕਾਲ ਤੋਂ ਬਾਅਦ ਦਾ ਇਤਿਹਾਸ ਦੱਸਦਾ ਹੈ ਕਿ ਇਸ ਕਿਸਮ ਦੇ ਗੁਰੂ ਪੁਣੇ ਨੇ ਇਤਨੀ ਧਾਂਦਲੀ ਮਚਾ ਦਿੱਤੀ ਕਿ ਸਰਵ ਸਧਾਰਨ ਲਈ ਅਸਲ ਤੇ ਨਕਲ ਦਾ ਫਰਕ ਲੱਭਣਾ ਮੁਸ਼ਕਿਲ ਹੋ ਗਿਆ। ਕਿਸੇ ਨੇ ਬੇਦੀ ਸਾਹਿਬ ਜ਼ਾਦੇ ਦਾ, ਕਿਸੇ ਨੇ ਸੋਢੀ, ਕਿਸੇ ਨੇ ਭੱਲੇ ਤੇ ਤਰੇਹਣ ਦਾ ਲੇਬਲ ਮੱਥੇ ਤੇ ਲਾ ਕੇ ਭੋਲੇ ਭਾਲੇ ਸਿੱਖਾਂ ਨੂੰ ਦੋਹੀਂ ਹੱਥੀਂ ਲੁੱਟਣਾ ਸ਼ੁਰੂ ਕਰ ਦਿੱਤਾ। ਪੰਜਾਬ ਵਿੱਚ ਕੀ ਤੇ ਪੰਜਾਬ ਦੇ ਬਾਹਰ ਕੀ, ਥਾਂ ਥਾਂ ਤੇ ਇਸ ਕਿਸਮ ਦੀਆਂ ਗੁਰੂ ਡੰਮ ਦੀਆਂ ਦੁਕਾਨਾਂ ਖੁੱਲ੍ਹ ਗਈਆਂ, ਜਿਨ੍ਹਾਂ ਦੇ ਜਾਹੋ ਜਲਾਲ ਨੂੰ ਵੇਖ ਕੇ ਸ਼ਰਧਾਲੂਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਇੱਕ ਗੁਰੂ ਬੰਸਧਾਰੀਆਂ ਨੇ ਯਥਾਰਥ ਰੂਪ ਵਿੱਚ ਆਪਣੇ ਵੱਡਿਆਂ ਦੇ ਉਪਦੇਸ਼ ਤੇ ਅਮਲ ਕਰਦਿਆਂ ਹੋਇਆਂ ਧਰਮ ਦਾ ਪ੍ਰਚਾਰ ਕੀਤਾ, ਪਰ ਇਹਨਾਂ ਦੇ ਟਾਕਰੇ ਵਿੱਚ ਬਹੁਤੀ ਗਿਣਤੀ ਉਪਰੋਕਤ ਕਿਸਮ ਦੇ ਲੋਕਾਂ ਦੀ ਸੀ, ਜਿਹੜੇ ਸਿੱਖੀ ਸੇਵਕੀ ਦੀ ਆੜ ਵਿੱਚ ਧਨ ਦੌਲਤ ਤੇ ਪ੍ਰਤਿਸ਼ਠਾ ਇਕੱਠੀ ਕਰਨ ਵਿੱਚ ਲੱਗੇ ਰਹਿੰਦੇ ਸਨ। ਅੱਜ ਤੋਂ ਪੌਣੀ ਕੁ ਸਦੀ ਪਹਿਲਾਂ ਜਦੋਂ ਸਿੰਘ ਸਭਾ ਲਹਿਰ ਨਹੀਂ ਸੀ ਆਰੰਭ ਹੋਈ, ਪੰਜਾਬ ਵਿੱਚ ਗੁਰੂ ਡੰਮ ਦੀ ਬਿਮਾਰੀ ਇਤਨੇ ਜ਼ੋਰ ਨਾਲ ਫੈਲੀ ਹੋਈ ਸੀ, ਜਿਸ ਦਾ ਅਸਰ ਵੱਧਦਾ ਕਾਬਲ, ਕੰਧਾਰ ਤੇ ਗਜ਼ਨੀ ਦੇ ਸਿੱਖਾਂ ਤੱਕ ਵੀ ਜਾ ਪਹੁੰਚਿਆ। ਖਾਸ ਕਰਕੇ ਜਿਹੜੇ ਗੁਰੂ ਬੰਸਧਾਰੀ ਪੜ੍ਹੇ ਲਿਖੇ ਤੇ ਵਧੇਰੇ ਚੱਲਦੇ ਫਿਰਦੇ ਪੁਰਦੇ ਸਨ, ਉਹਨਾਂ ਨੇ ਤਾਂ ਸਰਕਾਰੀ ਦਰਬਾਰੇ ਵੀ ਚੋਖਾ ਥਾਂ ਬਣਾ ਲਿਆ। ਅੰਗਰੇਜ਼ੀ ਹਕੂਮਤ ਨੂੰ ਐਸੇ ਦੇਸੀ ਆਦਮੀਆਂ ਦੀ ਲੋੜ ਰਹਿੰਦੀ ਸੀ, ਜਿਨ੍ਹਾਂ ਦੇ ਮਗਰ ਅੰਧ ਵਿਸ਼ਵਾਸੀ ਕਿਸਮ ਦੀ ਕੋਈ ਜਮਾਤ ਹੋਵੇ। ਅਜਿਹੇ ਲੋਕਾਂ ਉੱਤੇ ਖਾਸ ਤੌਰ ਤੇ ਹਕੂਮਤ ਦੀ ਮਿਹਰਬਾਨੀ ਸੀ। ਸਰ ਬਾਬਾ ਖੇਮ ਸਿੰਘ ਤੇ ਸਰ ਆਗਾ ਖਾਂ ਆਦਿ ਵੱਡੀਆਂ ਸੰਪਰਦਾਵਾਂ ਦੇ ਬਾਨੀ ਇਸੇ ਮਹਾਨਤਾ ਕਾਰਨ ਸਰਕਾਰ ਦੇ ਦਰੋਂ ਘਰੋਂ ਵਰਸੋਏ ਜਾਂਦੇ ਰਹੇ ਸਨ। ਇਸ ਤਰ੍ਹਾਂ ਸਮਾਂ ਪਾ ਕੇ ਇਹਨਾਂ ਗੁਰੂ ਬੰਸਧਾਰੀਆਂ ਲਈ ਸਿੱਖੀ ਸੇਵਕੀ ਦੀ ਪ੍ਰਥਾ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਬਣ ਨਿਬੜੀ, ਜਿਸ ਦੀ ਸਾਂਭ ਸੰਭਾਲ ਲਈ ਇਹ ਲੋਕ ਆਪਣੇ ਸਿੱਖੀ ਸੇਵਕੀ ਦੇ ਦਾਇਰੇ ਨੂੰ ਵਧਾਉਣ ਲਈ ਦਿਨ ਰਾਤ ਜੁਟੇ ਰਹਿੰਦੇ ਸਨ। ਪੰਜਾਬ ਦਾ ਸਿੱਖ ਤਬਕਾ ਉਸ ਜ਼ਮਾਨੇ ਵਿੱਚ ਕਾਫੀ ਹੱਦ ਤੱਕ ਹਕੀਕੀ ਸਿੱਖੀ ਨਾਲੋਂ ਟੁੱਟ ਕੇ ਗੁਰੂ ਡੰਮ ਦਾ ਸ਼ਿਕਾਰ ਬਣਿਆ ਹੋਇਆ ਸੀ। ਵਿਸ਼ੇਸ਼ ਕਰਕੇ ਪੱਛਮੀ ਪੰਜਾਬ ਦੇ ਸਿੱਖਾਂ ਉੱਤੇ ਸੋਢੀ ਸਾਹਿਬਜ਼ਾਦਿਆਂ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਸੀ, ਜਿਸ ਦੇ ਆਮ ਤੌਰ ਤੇ 2 ਕਾਰਨ ਸਨ। ਇੱਕ ਤਾਂ ਇਹ ਕਿ 10 ਵਿੱਚੋਂ 7 ਪਾਤਸ਼ਾਹੀਆਂ ਸੋਢੀ ਖਾਨਦਾਨ ਨਾਲ ਸੰਬੰਧ ਰੱਖਣ ਕਰਕੇ ਇਹਨਾਂ ਦੇ ਵੰਸ਼ਧਾਰੀ ਵੀ ਦੂਸਰੇ ਗੁਰੂ ਕਿਆਂ ਬੇਦੀ ਭੱਲੇ ਆਦਿ ਨਾਲੋਂ ਬਹੁਤੀ ਗਿਣਤੀ ਵਿੱਚ ਸਨ। ਦੂਸਰਾ, ਬਹੁਤ ਸਾਰੇ ਸੋਢੀਆਂ ਦੀ ਜਨਮ ਭੂਮੀ ਪੱਛਮੀ ਪੰਜਾਬ ਸੀ। ਇਸ ਤੋਂ ਛੁੱਟ ਤੀਜਾ ਕਾਰਨ ਇਹ ਵੀ ਸੀ ਕਿ ਪੱਛਮੀ ਪੰਜਾਬ ਵਿੱਚ 2/3 ਹਿੰਦੂ ਸਿੱਖ ਆਬਾਦੀ ਖੱਤਰੀਆਂ ਦੀ ਸੀ। ਸੋ ਚੂੰਕਿ ਸਾਹਿਬਜ਼ਾਦੇ ਵੀ ਖੱਤਰੀ ਸਨ, ਇਸ ਕਰਕੇ ਉਹਨਾਂ ਨੂੰ ਇਸ ਹਮਜਾਤੀ ਪਣੇ ਪਾਸੋਂ ਵੀ ਕਾਫੀ ਮਦਦ ਮਿਲੀ। ਸ਼ਾਇਦ ਇਹਨਾਂ ਹੀ ਕਾਰਨਾਂ ਕਰਕੇ ਪੱਛਮੀ ਪੰਜਾਬ ਵਿੱਚ ਸਾਹਿਬਜ਼ਾਦਿਆਂ ਦਾ ਬੋਲਬਾਲਾ ਸੀ। ਸਮਾਂ ਪਾ ਕੇ ਪੱਛਮੀ ਪੰਜਾਬ ਦੇ ਸੋਢੀ ਇਤਨੇ ਅਮੀਰ ਹੋ ਗਏ ਕਿ ਕਈਆਂ ਦੀ ਸ਼ਾਨ ਸ਼ੌਕਤ ਤਾਂ ਰਜਵਾੜਿਆਂ ਦਾ ਮੁਕਾਬਲਾ ਕਰਦੀ। ਮਹਲਾ ਵਰਗੇ ਇਹਨਾਂ ਦੇ ਮਕਾਨ, ਹਜ਼ਾਰਾਂ ਬਿੱਗੇ ਜਗੀਰਾਂ, ਇੱਥੋਂ ਤੱਕ ਕਿ ਇੱਕਾ ਦੁੱਕਾ ਦੇ ਬੂਹਿਆਂ ਤੇ ਹਾਥੀ ਤੱਕ ਝੂਲਦੇ ਵਿਖਾਈ ਦੇਣ ਲੱਗ ਪਏ।
ਰਾਜਿਆਂ ਨਵਾਬਾਂ ਵਾਂਗ ਇਹ ਲੋਕ ਵੱਡੀਆਂ ਵੱਡੀਆਂ ਸ਼ਿਕਾਰੀ ਪਾਰਟੀਆਂ ਸਣੇ ਸ਼ਿਕਾਰ ਤੇ ਚੜ੍ਹਦੇ ਸਨ। ਸੂਰਾਂ ਦੇ ਸ਼ਿਕਾਰ ਲਈ ਬਰੇਲੀ, ਮੁਰਾਦਾਬਾਦ ਜ਼ਿਲ੍ਹਿਆਂ ਵਿੱਚ ਜਾ ਪਹੁੰਚਦੇ, ਮੁਰਗਾਬੀਆਂ ਲਈ ਆਸਨਸੋਲ ਤੋਂ ਲੈ ਕੇ ਨੈਨੀਤਾਲ ਵੱਲ ਤੇ ਸ਼ੇਰਾਂ ਚੀਤਿਆਂ ਲਈ ਅਸਾਮ ਦੇ ਜੰਗਲਾਂ ਤੀਕ ਮਾਰ ਕਰਦੇ ਸਨ। ਪੰਜਾਬ ਵਿੱਚ ਪਸ਼ੂਆਂ ਦਾ ਸ਼ਿਕਾਰ ਆਮ ਨਹੀਂ ਸੀ, ਪਰ ਪੰਛੀਆਂ ਦੀਆਂ ਕਈ ਸ਼ਿਕਾਰਗਾਹਾਂ ਸਨ। ਚੁਪਾਏ ਜਾਨਵਰਾਂ ਦੀ ਜੇ ਕੋਈ ਸ਼ਿਕਾਰਗਾਹ ਹੈ ਵੀ ਸੀ ਤਾਂ ਕੇਵਲ ਦਰਿਆ ਜੇਹਲਮ ਦੇ ਬੇਲਿਆਂ ਵਿੱਚ, ਪਰ ਉੱਥੇ ਪਰਿੰਦਿਆਂ ਦੀ ਬਜਾਏ ਹਰਨ, ਖਰਗੋਸ਼ ਆਦਿ ਦੀ ਹੀ ਪ੍ਰਾਪਤੀ ਹੁੰਦੀ ਸੀ। ਸ਼ਾਇਦ ਇਸੇ ਕਰਕੇ ਸੋਢੀ ਸਾਹਿਬਜ਼ਾਦਿਆਂ ਲਈ ਦਰਿਆ ਜੇਹਲਮ ਦੇ ਕਿਨਾਰੇ ਉਦੋਂ ਸਭ ਤੋਂ ਜ਼ਿਆਦਾ ਖਿੱਚ ਦਾ ਕਾਰਨ ਸਨ। ਪੰਜਾਬ ਵਿੱਚ ਪਸ਼ੂਆਂ ਦਾ ਸ਼ਿਕਾਰ ਆਮ ਨਹੀਂ ਸੀ, ਪਰ ਪੰਛੀਆਂ ਦੀਆਂ ਕਈ ਸ਼ਿਕਾਰਗਾਹਾਂ ਸਨ। ਚੁਪਾਏ ਜਾਨਵਰਾਂ ਦੀ ਜੇ ਕੋਈ ਸ਼ਿਕਾਰਗਾਹ ਹੈ ਵੀ ਸੀ ਤਾਂ ਕੇਵਲ ਦਰਿਆ ਜੇਹਲਮ ਦੇ ਬੇਲਿਆਂ ਵਿੱਚ, ਪਰ ਉੱਥੇ ਦਰਿੰਦਿਆਂ ਦੀ ਬਜਾਏ ਹਰਨ, ਖਰਗੋਸ਼ ਆਦਿ ਦੀ ਹੀ ਪ੍ਰਾਪਤੀ ਹੁੰਦੀ ਸੀ। ਸ਼ਾਇਦ ਇਸੇ ਕਰਕੇ ਸੋਢੀ ਸਾਹਿਬਜ਼ਾਦਿਆਂ ਲਈ ਦਰਿਆ ਜੇਹਲਮ ਦੇ ਕਿਨਾਰੇ ਉਦੋਂ ਸਭ ਤੋਂ ਜ਼ਿਆਦਾ ਖਿੱਚ ਦਾ ਕਾਰਨ ਸਨ। ਸ਼ਿਕਾਰ ਤੋਂ ਛੁੱਟ ਇਹ ਇਲਾਕਾ ਉਹਨਾਂ ਲਈ ਇੱਕ ਹੋਰ ਪੱਖੋਂ ਵੀ ਬਹੁਤ ਭਾਰੀ ਅਹਿਮੀਅਤ ਰੱਖਦਾ ਸੀ ਤੇ ਇਹ ਸੀ ਜ਼ਿਲ੍ਹਾ ਜੇਹਲਮ ਦੀ ਸਿੱਖੀ ਸੇਵਕੀ। ਸਾਲ ਵਿੱਚ ਇੱਕ ਵਾਰੀ ਤੇ ਕਦੇ ਦੋ ਵਾਰੀ ਵੀ ਸੋਢੀ ਸਾਹਿਬਜ਼ਾਦੇ ਲੰਮੇ ਦੌਰਿਆਂ ਤੇ ਚੜ੍ਹਦੇ ਸਨ, ਜਿਨ੍ਹਾਂ ਦਾ ਦੋਹਰਾ ਮਨੋਰਥ ਹੁੰਦਾ ਸੀ, ਨਾਲੇ ਸ਼ਿਕਾਰ ਤੇ ਨਾਲੇ ਸਿੱਖ ਸੇਵਕਾਂ ਪਾਸੋਂ ਕਾਰਭੇਟ ਉਗਰਾਉਣੀ, ਜੋ ਹਰ ਸਾਲ ਲਾਜ਼ਮੀ ਤੌਰ ਤੇ ਸਿੱਖ ਸੇਵਕਾਂ ਨੂੰ ਭੇਟ ਕਰਨੀ ਪੈਂਦੀ ਸੀ। ਇਹੋ ਵਜ੍ਹਾ ਸੀ ਕਿ ਦੋਹਾਂ ਕੰਮਾਂ ਲਈ ਇਹਨਾਂ ਲੋਕਾਂ ਵੱਲੋਂ ਸਾਂਝੇ ਤੌਰ ਤੇ ਦੌਰੇ ਕੀਤੇ ਜਾਂਦੇ ਸਨ। ਦੌਰੇ ਦੀ ਤਿਆਰੀ ਬੜੀ ਸ਼ਾਹਾਨਾ ਕਿਸਮ ਦੀ ਹੁੰਦੀ ਸੀ, ਜਿਸ ਦੀ ਯੋਜਨਾ ਅਨੁਸਾਰ ਅਗੇਤਰੇ ਹੀ ਉਹਨਾਂ ਇਲਾਕਿਆਂ ਵਿੱਚ ਸਾਹਿਬਾਂ ਵੱਲੋਂ ਹੁਕਮਨਾਮੇ ਪਹੁੰਚ ਜਾਂਦੇ ਸਨ, ਜਿੱਥੋਂ ਦੇ ਸਿੱਖ ਸੇਵਕਾਂ ਨੂੰ ਉਹਨਾਂ ਨੇ ਤਾਰਨਾ ਹੁੰਦਾ। ਜਿਉਂ ਹੀ ਸਾਹਿਬਾਂ ਦੀ ਆਮਦ ਬਾਰੇ ਇਲਾਕੇ ਦੇ ਲੋਕਾਂ ਨੂੰ ਖੁਸ਼ਖਬਰੀ ਮਿਲਦੀ ਕਿ ਉਹ ਖੁਸ਼ੀਆਂ ਵਿੱਚ ਫੁੱਲੇ ਨਾ ਸਮਾਉਂਦੇ। ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਸਤਿਗੁਰਾਂ ਦੇ ਸਵਾਗਤ ਲਈ ਤਿਆਰੀਆਂ ਆਰੰਭ ਹੋ ਜਾਇਆ ਕਰਦੀਆਂ। ਜਿੰਨਾ ਵੱਡਾ ਲਾਮ ਲਸ਼ਕਰ ਹੁੰਦਾ, ਉਸੇ ਹਿਸਾਬ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਸਵਾਰੀ ਦਾ ਪ੍ਰਬੰਧ ਕੀਤਾ ਜਾਂਦਾ, ਵਿਸ਼ੇਸ਼ ਕਰਕੇ ਸਤਿਗੁਰਾਂ ਦੇ ਕੁਨਬੇ ਲਈ, ਕਿਉਂਕਿ ਸਤਿਗੁਰਾਂ ਦੇ ਨਾਲ ਉਹਨਾਂ ਦੇ ਕਈ ਮਹਿਲ ਸੁਪਤਨੀਆਂ ਹੁੰਦੀਆਂ, ਸਾਹਿਬਜ਼ਾਦੇ, ਨਿੱਕੇ ਕੰਵਰ ਤੇ ਕੰਵਰਾਣੀਆਂ ਆਦਿ। ਕੁਨਬੇ ਤੋਂ ਛੁੱਟ ਸਤਿਗੁਰਾਂ ਦਾ ਅਮਲਾ ਵੀ ਚੋਖੀ ਗਿਣਤੀ ਵਿੱਚ ਨਾਲ ਹੁੰਦਾ। ਨਫਰ, ਚੋਬਦਾਰ, ਗੜਵਈਏ, ਧੂਪੀਏ, ਬਸਤਰੀ ਆਦਮੀ ਤੋਂ ਛੁੱਟ ਜਾਨਵਰ ਵੀ ਕਾਫੀ ਗਿਣਤੀ ਵਿੱਚ ਉਹਨਾਂ ਦੇ ਨਾਲ ਹੁੰਦੇ। ਘੋੜੇ, ਸ਼ਿਕਾਰੀ ਕੁੱਤੇ ਤੇ ਬਾਜ਼ ਆਦਿ ਦੇ ਸ਼ਿਕਾਰ ਕਰਕੇ ਲਿਆਂਦੇ ਹੋਏ ਹਰਨ, ਲੂੰਬੜ ਸਹੇ ਆਦਿ, ਜਿਨ੍ਹਾਂ ਦੀਆਂ ਖੱਲਾਂ ਲਾਉਣ ਖਾਤਰ ਖਟੀਕਾਂ, ਸਾਂਸੀਆਂ ਦੀ ਸੇਵਾ ਪ੍ਰਾਪਤ ਕੀਤੀ ਜਾਂਦੀ। ਸਤਿਗੁਰਾਂ ਦੇ ਘੋੜੇ ਤਾਂ ਵਿਸ਼ੇਸ਼ ਤੌਰ ਤੇ ਇੱਕ ਅਜੂਬਾ ਹੁੰਦੇ ਸਨ, ਜਿਨ੍ਹਾਂ ਦੀ ਸਰੀਰਕ ਹਾਲਤ ਪਹਿਲਾਂ ਇਹ ਹੁੰਦੀ ਸੀ ਕਿ ਜੇ ਉਸ ਨੂੰ ਵੇਚਿਆ ਜਾਵੇ ਤਾਂ ਇੱਕ ਡੰਗ ਦੀ ਨਿਹਾਰੀ, ਜਿਹੜੀ ਸਿੱਖਾਂ ਵੱਲੋਂ ਮੁਹੱਈਆ ਕੀਤੀ ਜਾਂਦੀ ਸੀ, ਜਿੰਨਾ ਮੁੱਲ ਵੀ ਨਾ ਵਟਿਆ ਜਾ ਸਕੇ। ਪਰ ਇਹ ਘੋੜੇ ਜਦੋਂ ਕੁਝ ਮਹੀਨਿਆਂ ਬਾਅਦ ਦੌਰਾ ਖਤਮ ਕਰਕੇ ਵਾਪਸ ਜਾ ਰਹੇ ਹੁੰਦੇ ਤਾਂ ਇਤਨੇ ਪਲ ਜਾਂਦੇ ਕਿ ਪਿੰਡੇ ਤੇ ਮੱਖੀ ਨਾ ਬੈਠਣ ਦਿੰਦੇ। ਜਦੋਂ ਹੀ ਖਬਰ ਮਿਲਦੀ ਕਿ ਮਹਾਰਾਜ ਦੀ ਸਵਾਰੀ ਆ ਰਹੀ ਹੈ ਕਿ 4-4, 5-5 ਕੋਹ ਤੋਂ ਸੰਗਤਾਂ ਅਗਲਵਾਂਡ ਪਹੁੰਚ ਜਾਂਦੀਆਂ ਤੇ ਦਰਜਾਵਾਰ ਸਭਨਾਂ ਨੂੰ ਪੀਂਸਾਂ, ਰਥਾਂ, ਪਾਲਕੀਆਂ ਆਦਿ ਵਿੱਚ ਸਵਾਰ ਕੀਤਾ ਜਾਂਦਾ। ਸ਼ਹਿਨਾਈਆਂ ਤੇ ਸ਼ਬਦ ਕੀਰਤਨ ਦੀ ਗੂੰਜ ਤੇ ਆਤਿਸ਼ਬਾਜ਼ੀਆਂ ਦੀ ਚਕਾਚੌਂਧ ਵਿੱਚ ਸਾਹਿਬਾਂ ਦੀ ਸਵਾਰੀ ਤੁਰਦੀ। ਮਹਾਰਾਜ ਦੀ ਪਾਲਕੀ ਉੱਤੇ ਫੁੱਲਾਂ, ਪਤਾਸਿਆਂ ਤੇ ਟਕਿਆਂ ਦੀ ਵਰਖਾ ਹੋਈ ਜਾਂਦੀ। ਚੌਰ ਛਤਰ ਝੁੱਲੀ ਜਾਂਦੇ ਤੇ ਅੱਗੇ ਗੱਤਕੇਬਾਜ਼ੀ ਆਦਿ ਦੀਆਂ ਟੋਲੀਆਂ ਆਪੋ ਆਪਣੇ ਕਰਤੱਵ ਦਿਖਾਉਂਦੀਆਂ ਜਾਂਦੀਆਂ। ਜਿਸ ਪਿੰਡ ਲਾਗਿਓਂ ਸਵਾਰੀ ਲੰਘਦੀ, ਉੱਥੋਂ ਦੇ ਸਿੱਖ ਸੇਵਕ ਤੇ ਆਮ ਲੋਕ ਹੁਮਾ ਕੇ ਦਰਸ਼ਨਾਂ ਨੂੰ ਆਉਂਦੇ, ਜਿਨ੍ਹਾਂ ਦੇ ਚੜਾਵਿਆਂ ਨਾਲ ਸਾਹਿਬਾਂ ਦੀ ਪਾਲਕੀ ਭਰ ਜਾਂਦੀ। ਇਸ ਤਰ੍ਹਾਂ ਦੇ ਆਨੰਦ ਮੰਗਲਾਚਾਰ ਦੀ ਧੂਮਧਾਮ ਵਿੱਚ ਜਲੂਸ ਆਪਣੇ ਨਿਯਤ ਟਿਕਾਣੇ ਪਹੁੰਚਦਾ। ਦਿਨ ਦਾ ਵਕਤ ਮਹਾਰਾਜ ਆਪਣੀ ਪਾਰਟੀ ਸਮੇਤ ਜੰਗਲਾਂ ਵਿੱਚ ਸ਼ਿਕਾਰ ਖੇਡਦਿਆਂ ਗੁਜ਼ਾਰਦੇ ਤੇ ਸ਼ਾਮੀ ਕਿਆਮਗਾਹ ਤੇ ਮੁੜ ਆਉਂਦੇ, ਜਿੱਥੇ ਹਜ਼ਾਰਾਂ ਹੀ ਗਿਣਤੀ ਵਿੱਚ ਸੰਗਤਾਂ ਬਿਹਬਲ ਦਿਖਾਈ ਦਿੰਦੀਆਂ, ਜਿਨ੍ਹਾਂ ਨੂੰ ਸਤਿਗੁਰ ਆਪਣੇ ਉਪਦੇਸ਼ਾਂ ਤੇ ਵਰਦਾਨਾਂ ਦੁਆਰਾ ਨਿਹਾਲ ਕਰਦੇ। ਵੱਡੀ ਛੋਟੀ ਬਸਤੀ ਅਥਵਾ ਸਿੱਖ ਸੇਵਕਾਂ ਦੀ ਗਿਣਤੀ ਦੇ ਕ੍ਰਮ ਅਨੁਸਾਰ ਕਿਤੇ 1 ਦਿਨ, ਕਿਤੇ 2 ਦਿਨ ਤੇ ਕਿਤੇ 4-5 ਦਿਨ ਟਿਕਣ ਦਾ ਪ੍ਰੋਗਰਾਮ ਹੁੰਦਾ, ਉਹ ਵੀ ਸੰਗਤਾਂ ਦੇ ਬੇਹੱਦ ਤਰਲਿਆਂ ਅਰਜ਼ੋਈਆਂ ਨਾਲ। ਨਹੀਂ ਤਾਂ ਸਤਿਗੁਰਾਂ ਪਾਸ ਵਕਤ ਦੀ ਸਖਤ ਤੰਗੀ ਰਹਿੰਦੀ ਸੀ। ਉਹਨਾਂ ਨੇ ਹੋਰ ਵੀ ਤਾਂ ਅਣਗਿਣਤ ਸੰਗਤਾਂ ਨੂੰ ਤਾਰਨਾ ਹੁੰਦਾ ਸੀ। ਕੂਚ ਕਰਨ ਤੋਂ ਪਹਿਲਾਂ ਕਾਰਭੇਟ ਦਾ ਸਮਾਗਮ ਬੜੇ ਭਾਰੀ ਸਮਾਰੋਹ ਨਾਲ ਰਚਿਆ ਜਾਂਦਾ। ਇਸ ਬਾਰੇ ਸਿੱਖ ਸੇਵਕਾਂ ਵਿੱਚ ਉਸੇ ਘੜੀ ਤੋਂ ਤਿਆਰੀ ਆਰੰਭ ਹੋ ਜਾਂਦੀ ਜਦੋਂ ਆਪ ਪਧਾਰਦੇ ਸਨ। ਕਾਰਭੇਟ ਦਾ ਅਰਥ ਹੈ ਆਪਣੀ ਕਮਾਈ ਦਾ 10ਵਾਂ ਹਿੱਸਾ ਸਾਹਿਬਾਂ ਦੀ ਭੇਟ ਕਰਨਾ।
ਇਹ ਸ਼ਬਦ ਜਿੰਨਾ ਛੋਟਾ ਹੈ, ਇਸ ਦਾ ਫੈਲਾਓ ਉਨਾ ਹੀ ਵੱਡਾ ਹੈ। ਇਸ ਦੀ ਪ੍ਰਥਾ ਕਦ ਤੋਂ ਚੱਲੀ, ਕਿਵੇਂ ਚੱਲੀ, ਇਸ ਬਾਰੇ ਕਈ ਵੱਖੋ ਵੱਖ ਰਾਵਾਂ ਨੇ, ਪਰ ਕਾਰਪੇਟ ਦੀ ਤਕਨੀਕ ਕਾਫੀ ਦਿਲਚਸਪ ਹੈ। ਸਾਰੇ ਹੀ ਸਾਹਿਬਜ਼ਾਦੇ ਇਸ ਤਕਨੀਕ ਦੀ ਵਰਤੋਂ ਇੱਕੋ ਢੰਗ ਨਾਲ ਕਰਿਆ ਕਰਦੇ ਸਨ। ਅਸਲ ਵਿੱਚ ਕਾਰਪੇਟ ਇਨਕਮ ਟੈਕਸ ਦਾ ਹੀ ਦੂਸਰਾ ਨਾਂ ਸੀ, ਪਰ ਸਰਕਾਰੀ ਇਨਕਮ ਟੈਕਸ ਵਰਗਾ ਕੋਈ ਰਿਆਇਤੀ ਨਿਯਮ ਇਸ ਉੱਤੇ ਲਾਗੂ ਨਹੀਂ ਸੀ। ਇਸ ਦੀ ਅਦਾਇਗੀ ਨਾ ਤਾਂ ਲਮਕਾਈ ਜਾਂਦੀ ਸੀ ਤੇ ਨਾ ਹੀ ਕਿਸ਼ਤਾਂ ਰਾਹੀਂ ਹੋ ਸਕਦੀ ਸੀ। ਇੱਕ ਮੁਸ਼ਤ ਤੇ ਐਨ ਵਕਤ ਉੱਤੇ ਕੀਤੀ ਜਾਣੀ ਜ਼ਰੂਰੀ ਸੀ। ਕਾਰਪੇਟ ਦੀ ਸੀਮਾ ਨਿਰੀ ਦਸਵੰਧ ਉੱਤੇ ਖਤਮ ਨਹੀਂ ਸੀ ਹੋ ਜਾਂਦੀ। ਇਸ ਦੀਆਂ ਹੋਰ ਵੀ ਕਈ ਮਦਾਂ ਸਨ। ਵਿਸ਼ੇਸ਼ ਕਰਕੇ ਗੋਲਕ ਸਿਸਟਮ, ਅਰਥਾਤ ਹਰ ਇੱਕ ਸਿੱਖ ਸੇਵਕ ਲਈ ਇਸ ਮਤਲਬ ਲਈ ਕੋਈ ਗੜਵੀ, ਸੰਦੂਕੜੀ ਜਾਂ ਬੁਗਣੀ ਲਾਉਣੀ ਜ਼ਰੂਰੀ ਹੁੰਦੀ ਸੀ, ਜਿਸ ਵਿੱਚ ਹਰ ਸੰਗਰਾਂਦ, ਮੱਸਿਆ ਜਾਂ ਕਿਸੇ ਵੀ ਦਿਨ ਦਿਹਾੜ ਜਾਂ ਖੁਸ਼ੀ ਗਮੀ ਦੇ ਮੌਕੇ ਕੁਝ ਨਾ ਕੁਝ ਰਕਮ ਪਾਣੀ ਜ਼ਰੂਰੀ ਹੁੰਦੀ ਸੀ। ਜਦੋਂ ਹੀ ਕਾਰਪੇਟ ਦਾ ਸਮਾਗਮ ਸ਼ੁਰੂ ਹੁੰਦਾ ਕਿ ਅਣਗਿਣਤ ਗੋਲਕਾਂ ਤੇ ਕਾਰਪੇਟਾਂ ਦੇ ਰੂਪ 'ਚ ਸਤਿਗੁਰਾਂ ਦੇ ਹਜ਼ੂਰ ਮਾਇਆ ਦਾ ਢੇਰ ਉਸਰ ਜਾਂਦਾ। ਜਿੰਨੀ ਬਹੁਤੀ ਕਾਰਪੇਟ ਓਨੀ ਬਹੁਤੀ ਮਿਹਰ ਦੀ ਨਜ਼ਰ, ਜਿੰਨੀ ਭਾਰੀ ਗੋਲਕ ਓਨੇ ਹੀ ਬਹੁਤੇ ਆਸ਼ੀਰਵਾਦ। ਗੋਲਕ ਤੋਂ ਛੁੱਟ ਇੱਕ ਤੀਜੇ ਕਿਸਮ ਦਾ ਟੈਕਸ ਵੀ ਆਮ ਪ੍ਰਚਲਿਤ ਸੀ, ਜਿਸ ਨੂੰ ਮਨੌਤ ਕਿਹਾ ਜਾਂਦਾ ਸੀ। ਅਰਥਾਤ ਜਦੋਂ ਵੀ ਕਿਸੇ ਸਿੱਖ ਸੇਵਕ ਉੱਤੇ ਕੋਈ ਭੀੜ ਆ ਬਣੇ, ਉਹ ਸਤਿਗੁਰਾਂ ਦੀ ਮਨੌਤ ਮੰਨਦਾ ਕਿ ਹੇ ਸੱਚਿਆ ਪਾਤਸ਼ਾਹ, ਜੇ ਮੇਰੀ ਮੁਸੀਬਤ ਟਲ ਜਾਵੇ, ਮੇਰਾ ਕਾਰਜ ਰਾਸ ਹੋ ਜਾਵੇ, ਤਾਂ ਤੁਹਾਡੇ ਚਰਨਾਂ ਵਿੱਚ ਇੰਨੀ ਰਕਮ ਜਾਂ ਕੋਈ ਕੀਮਤੀ ਗਹਿਣਾ, ਕੱਪੜਾ ਆਦਿ ਭੇਟ ਕਰਾਂਗਾ। ਤੇ ਇਸ ਦੂਰੀਆਂ ਤੀਰੀਆਂ ਸ਼ਾਖਾ ਵਾਲੀ ਕਾਰਪੇਟ ਦਾ ਸਮਾਗਮ ਜਦੋਂ ਖਤਮ ਹੁੰਦਾ ਤਾਂ ਸਾਹਿਬਾਂ ਦੇ ਕਈ ਘੋੜੇ ਲੱਦ ਘੱਤਦੇ ਨਕਦੀ ਤੇ ਪਦਾਰਥਾਂ ਨਾਲ।